ਸਤਿ ਸ਼੍ਰੀ ਅਕਾਲ ਦੋਸਤੋ, ਕੈਨੇਡੀਅਨ ਇਮੀਗ੍ਰੇਸ਼ਨ ਐਂਡ ਆਇਲਸ ਸੈਂਟਰ ਪਟਿਆਲਾ ਤੋਂ ਮੈਂ ਹਾਂ ਵਿਕਰਮ। ਅੱਜ ਦੀ ਇਹ ਵੀਡੀਓ ਹੋਣ ਜਾ ਰਹੀ ਹੈ ਪਾਰਟ 2 ਆਫ ਦਾ ਨਾਮ। ਇਸ ਤੋਂ ਪਹਿਲਾਂ ਅਸੀਂ ਸਿੱਖਿਆ ਕਿ ਪੰਜਾਬੀ 'ਚ ਨਾਮ ਤੇ ਇੰਗਲਿਸ਼ 'ਚ ਨਾਉਨ ਨੂੰ ਕਿਵੇਂ ਅਸੀਂ ਇੱਕ ਰਿਲੇਸ਼ਨ ਐਸਟੈਬਲਿਸ਼ ਕਰਕੇ ਕਿਵੇਂ ਉਹਨਾਂ ਦਾ ਇੱਕ ਰਿਲੇਸ਼ਨ ਸਮਝ ਕੇ ਅਸੀਂ ਇੰਗਲਿਸ਼ ਦੇ ਨਾਉਨ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਉਸ ਤੋਂ ਬਾਅਦ ਦੀ ਅੱਜ ਦੀ ਵੀਡੀਓ ਹੈ ਜੋ ਉਹਦੇ 'ਚ ਅਸੀਂ ਡਿਸਕਸ ਕਰਾਂਗੇ ਥੋੜਾ ਐਡਵਾਂਸ ਲੈਵਲ ਆਫ ਨਾउन, ਜਿਹਦੇ 'ਚ ਅਸੀਂ ਸਟੱਡੀ ਕਰਾਂਗੇ ਕਿ ਅਨਕਾਊਂਟੇਬਲ ਨਾउन ਕੀ ਨੇ, ਟੂ ਪਾਰਟ ਨਾउन ਕੀ ਨੇ ਐਂਡ ਕੰਪਾਊਂਡ ਨਾउन ਕੀ ਨੇ। ਸੋ ਆਓ ਡਿਸਕਸ ਕਰਦੇ ਹਾਂ ਇਹਨਾਂ ਤਿੰਨੋਂ ਨਾउन्स ਨੂੰ ਥੋੜੀ ਹੋਰ ਡਿਟੇਲ ਦੇ ਅੰਦਰ। ਸੋ ਇਹਨਾਂ 5 ਟਾਈਪਸ ਤੋਂ ਇਲਾਵਾ ਕੁਝ ਹੋਰ ਟਾਈਪਸ ਵੀ ਨੇ ਨਾउन ਦੀਆਂ ਜਾਂ ਨਾਮ ਦੀਆਂ, ਜਿਨ੍ਹਾਂ ਨੂੰ ਸਾਨੂੰ ਸਟੱਡੀ ਕਰਨਾ ਬਹੁਤ ਇੰਪੋਰਟੈਂਟ ਹੈ। ਹੁਣੇ ਅਸੀਂ ਸਿੱਖਿਆ ਕਿ ਨਾउन ਤੁਹਾਡੇ ਕਾਮਨ ਵੀ ਹੋ ਸਕਦੇ ਨੇ, ਪ੍ਰੋਪਰ ਵੀ ਹੋ ਸਕਦੇ ਨੇ, ਕਾਊਂਟੇਬਲ ਵੀ ਹੋ ਸਕਦੇ ਨੇ, ਐਬਸਟਰੈਕਟ ਵੀ ਹੋ ਸਕਦੇ ਨੇ, ਕਲੈਕਟਿਵ ਵੀ ਹੋ ਸਕਦੇ ਨੇ। ਤਾਂ ਜਿਹੜੇ ਕਾਊਂਟੇਬਲ ਨਾउन ਨੇ, ਇਹਦਾ ਮਤਲਬ ਕੁਝ ਨਾउन ਇਦਾਂ ਦੇ ਵੀ ਹੋ ਸਕਦੇ ਨੇ ਜਿਹੜੇ ਅਨਕਾਊਂਟੇਬਲ ਨੇ, ਜਿਨ੍ਹਾਂ ਦੀ ਅਸੀਂ ਗਿਣਤੀ ਨਹੀਂ ਕਰ ਸਕਦੇ, ਬਟ ਉਹ ਹੈ ਨਾउन ਹੀ। ਅਨਕਾਊਂਟੇਬਲ ਨਾउन ਦੇ ਅੰਦਰ ਅਸੀਂ ਐਗਜ਼ਾਮਪਲ ਲਈਏ ਤਾਂ ਤੁਸੀਂ ਦੇਖੋਗੇ ਅਨਕਾਊਂਟੇਬਲ ਦਾ ਮਤਲਬ ਹੈ ਉਹ ਵਾਲੇ ਨਾउन ਜਾਂ ਉਹ ਵਾਲੇ ਨਾਮ ਜਿਹੜੇ ਨਾਮ ਦੀ ਕੈਟੇਗਰੀ ਵਿੱਚ ਤਾਂ ਆਉਂਦੇ ਨੇ, ਬਟ ਅਸੀਂ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਕਾਊਂਟ ਨਹੀਂ ਕਰ ਸਕਦੇ। ਐਗਜ਼ਾਮਪਲ ਲੈਂਦੇ ਹਾਂ ਕਾਫੀ। ਅਸੀਂ ਕਦੀ ਨਹੀਂ ਕਹਿੰਦੇ ਕਾਫੀ ਤੋਂ ਕਾਫੀਜ਼, ਇਹ ਚੀਜ਼ ਕਦੀ ਨਹੀਂ ਹੁੰਦੀ। ਮਿਲਕ ਦੁੱਧ, ਦੁੱਧ ਨੂੰ ਮਿਲਕਸ ਅਸੀਂ ਇੰਗਲਿਸ਼ ਨਹੀਂ ਕਹਿੰਦੇ। ਐਡਵਾਈਸ ਸਲਾਹ, लगेज यानी समान, ठीक है जी। तो ये कुछ अनकाउंटेबल नाउन ने। होर भी बड़े अनकाउंटेबल नाउन ने, जिवें तुसीं एग्जांपल ले सकते हो वाटर। वाटर भी की है एक अनकाउंटेबल नाउन है, ठीक है, जिसकी तुसीं गिनती नहीं कर सकते। एयर अगेन अनकाउंटेबल नाउन है, ठीक है जी। बट कुछ नाउन इदां दे ने अनकाउंटेबल दे अंदर भी, जिन्होंने असीं काउंटेबल च कन्वर्ट कर सकते हैं। उसकी एक स्ट्रैटेजी है जिहड़ी असीं सीख सकते हैं। पर उस तो पहला असी दूसरी टाइप के नाउन ते चलते हैं। सो अनकाउंटेबल नाउन तो बाद आप जा रहे हैं टू पार्ट नाउन। मतलब इदां दी चीज़ां जो दो हिस्सों नाल मिल के बने हुए हैं और दो हिस्से उन्होंने बिल्कुल सेम हैं। पहली एग्जाम्पल च देखो, मैं एक ऐनक बनाई, ठीक है। तुसीं देखोगे ऐनक के दोनों हिस्से की ने सेम ने, सेम दो साइड ते सेम एक डंडी है, दूसरी साइड भी डंडी है, ठीक है, और दोनों साइड एक एक लेंस लगा हुआ है, ग्लास लगा। तो टू पार्ट नाउन ਨੂੰ ਹਮੇਸ਼ਾ ਅਸੀਂ ਕੀ ਕਹਿੰਦੇ ਆ, ਜਿਵੇਂ ਐਨਕ ਨੂੰ ਅਸੀਂ ਇੰਗਲਿਸ਼ ਚ ਗਲਾਸਿਸ ਕਹਿੰਦੇ ਆ। ਤਾਂ ਤੁਸੀਂ ਦੇਖੋ ਇਹਦੇ ਪਿੱਛੇ ਐਸ ਲੱਗਿਆ ਹੋਇਆ ਹੈ, ਬਟ ਇਹ ਐਸ ਦਾ ਮਤਲਬ ਇਹ ਨਹੀਂ ਕਿ ਇੱਕ ਤੋਂ ਜ਼ਿਆਦਾ ਗਲਾਸਿਸ ਦੀ ਗੱਲ ਕਰ ਰਹੇ ਹਾਂ, ਨਹੀਂ। ਕਿਉਂ ਨਹੀਂ? ਕਿਉਂਕਿ ਇਹ ਜਿਹੜਾ ਨਾउन ਹੈ ਕਿਸ ਕੈਟੇਗਰੀ ਚ ਆਉਂਦਾ ਹੈ? ਟੂ ਪਾर्ट नाउन ਦੇ ਅੰਦਰ ਆਉਂਦਾ ਹੈ। मतलब ਕੋਈ ਚੀਜ਼ ਹੈ ਜਿਹੜੀ ਦੋ ਚੀਜ਼ਾਂ ਨੂੰ ਮਿਲ ਕੇ ਬਣੀ ਹੋਈ ਹੈ, ਉਸ ਕੈਟੇਗਰੀ ਦੇ ਅੰਦਰ ਦੀ ਅਸੀਂ ਗੱਲ ਕਰ ਰਹੇ ਹਾਂ, ਠੀਕ ਹੈ। ਗਲਾਸਿਸ ਜਾਂ ਤੁਸੀਂ ਇਹਨੂੰ ਗੋਗਲਸ ਵੀ ਆਪਾਂ ਆਮ ਤੌਰ ਤੇ ਕਹਿੰਦੇ ਹਾਂ। ਤਾਂ ਕਦੀ ਤੁਸੀਂ ਸੁਣਿਆ ਨਹੀਂ ਹੋਵੇਗਾ ਕੋਈ ਕਹੂਗਾ ਗੋਗਲ, ਗੋਗਲ ਕੋਈ ਨਹੀਂ ਕਹੂਗਾ ਗੋਗਲਸ ਕਿਹਾ ਜਾਂਦਾ ਹਮੇਸ਼ਾ। ਦੂਸਰੀ ਐਗਜ਼ਾਮਪਲ ਦੇਖੋ, ਇੱਕ ਅਸੀਂ ਕੈਂਚੀ ਡਰਾ ਕੀਤੀ ਹੈ, ਜਿਹਨੂੰ ਇੰਗਲਿਸ਼ 'ਚ ਕਹਿੰਦੇ ਨੇ ਸੀਜ਼ਰਸ। ਹਮੇਸ਼ਾ ਐਸ ਲੱਗੂਗਾ ਇਹਦੇ ਵੀ ਪਿੱਛੇ। ਤਾਂ ਸੀਜ਼ਰਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇੱਕ ਤੋਂ ਜ਼ਿਆਦਾ ਕੈਂਚੀਆਂ ਦੀ ਗੱਲ ਕਰ ਰਹੇ ਹਾਂ, ਨਹੀਂ ਜੀ। ਸੀਜ਼ਰਸ ਦਾ ਮਤਲਬ ਵੀ ਕੀ ਹੈ? ਇੱਕ ਕੈਂਚੀ। ਜੀਨਸ, ਪੈਜਾਮਾਜ਼, ਇਹ ਸਾਰੀਆਂ ਕੀ ਨੇ? ਟੂ ਪਾर्ट ਨਾਮ ਦੇ ਅੰਦਰ ਆਉਂਦੀਆਂ ਨੇ। ਤਾਂ ਤੁਸੀਂ ਇਹ ਵੀ ਦੇਖੋਗੇ एक ये दो, अगर इन्हों डिवाइड करके सेंटर च दोनों हाफ की ने इको जे, ठीक है। तो असी कभी भी जीन वर्ड नहीं यूज करते, हमेशा असी जीन्स कहने हैं, ठीक है। पैंट्स, पैंट्स, पैंट नहीं कहते, पैंट्स कहने हैं, ठीक है। तो ये वाले जो वर्ड ने टू पार्ट नाउन ने, इन्हों के असी लास्ट च एस यूज करते हैं, पर उस एस का मतलब ये नहीं है कि वो प्लूरल है, वो है सिर्फ सिंगुलर ही है। ग्लासेस, सीजर्स, जीन्स, पैंट्स, ओके, गॉगल्स, पैजामाज, ये सारे की ने तुहाडे टू पार्ट नाउन दी कैटेगरीज ने, और ये सारे की ने सिंगुलर ने। तीजी कैटेगरी बहुत इंटरेस्टिंग है, जिसे तुसीं देखोगे कि अलग अलग वर्ड्स असी कंबाइन करके नाउन बना रहे हैं, ठीक है जी। तो कंबाइन करने का मतलब है जो सपोज मेरे को एक चीज़ इधर है, एक चीज़ इधर है, अगर मैं उन्होंने जोड़ के इको चीज़ बना देना, तो वह मतलब की है वो कोई कंपाउंड ऑब्जेक्ट है, मिलके बनया हुआ ऑब्जेक्ट है, ठीक है जी। एग्जाम्पल देखो, कंपाउंड नाउन की मैं गल कर रहा। एग्जाम्पल देखो, टुथ, टुथ का मतलब की है दंद, सिर्फ एक दंद की गल कर रहे हैं। पेस्ट, पेस्ट का मतलब है मलम, जो भी असी अप्लाई करते हैं, ठीक है जी। टुथ एक अलग वर्ड है,
ਟੂਥਪੇਸਟ ਇੱਕ ਅਲੱਗ ਵਰਡ ਹੈ, ਦੋਨੋਂ ਨਾउन ਨੇ, ਪਰ ਜਦੋਂ ਅਸੀਂ ਇਹਨਾਂ ਦੋਨਾਂ ਨੂੰ ਕੰਬਾਈਨ ਕਰਕੇ ਇੱਕ ਵਰਡ ਬਣਾਤਾ ਟੂਥਪੇਸਟ, ਠੀਕ ਹੈ ਜੀ। ਤਾਂ ਇਹ ਟੂਥਪੇਸਟ ਵਰਡ ਤੁਹਾਡਾ ਕਿਹੜੀ ਕੈਟੇਗਰੀ ਚ ਆਉਂਦਾ ਹੈ? ਕੰਪਾਊਂਡ ਨਾउन ਦੀ ਕੈਟੇਗਰੀ ਚ ਆਉਂਦਾ। ਫਾਦਰ ਮਤਲਬ ਪਿਤਾ, ਇੱਥੇ ਅਸੀਂ ਗੱਲ ਕਰ ਰਹੇ ਹਾਂ ਆਮ ਨਾउन ਦੀ, ਠੀਕ ਹੈ, ਯਾਨੀ ਕਾਮਨ ਨਾउन ਦੀ। ਫਾਦਰ ਤੇ ਫਾਦਰ ਇਨ ਲਾ ਤੁਸੀਂ ਆਮ ਸੁਣਿਆ ਹੋਊਗਾ। ਹੁਣ ਦੇਖੋ 1 2 3 ਇਹ ਵੀ ਇੱਕੋ ਨਾउन ਹੈ, ਠੀਕ ਹੈ, ਬਟ ਬਣਿਆ ਹੋਇਆ 3 ਅੱਖਰ ਤੋਂ ਮਿਲ ਕੇ, ਠੀਕ ਹੈ। ਇਹਦੇ ਅੰਦਰ ਅਸੀਂ ਹਾਈਫਨ ਯੂਜ਼ ਕਰਦੇ ਹਾਂ ਮੋਸਟ ਕਾਮਨਲੀ, ਠੀਕ ਹੈ। ਬ੍ਰਦਰ ਇਨ ਲਾ, ਸਿਸਟਰ ਇਨ ਲਾ, ਮਦਰ ਇਨ ਲਾ, ਇਹ ਸਾਰੇ ਕੀ ਨੇ? ਕੰਪਾਊਂਡ ਨਾउन ਦੇ ਐਗਜ਼ਾਮਪਲਸ ਨੇ। ਇਹਨਾਂ ਤੋਂ ਇਲਾਵਾ ਵੀ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਜਿਹੜੀਆਂ ਅਸੀਂ ਲੈ ਸਕਦੇ ਹਾਂ, ਠੀਕ ਹੈ ਜੀ। ਇੱਥੇ ਮੇਰਾ ਮੇਨ ਏਮ ਕੀ ਹੈ ਤੁਹਾਨੂੰ ਦੱਸਣਾ ਕਿ ਇਹ ਨਾउन्स ਦੀ ਅਲੱਗ-ਅਲੱਗ ਕੈਟੇਗਰੀਜ਼ ਕਿਵੇਂ ਬਣੀਆਂ ਹੋਈਆਂ, ਠੀਕ ਹੈ ਜੀ, ਤੇ ਉਹਨਾਂ ਨੂੰ ਅਸੀਂ ਕਿਵੇਂ ਯੂਜ਼ ਕਰਦੇ ਹਾਂ। ਅਗਲੀ ਐਗਜ਼ਾਮਪਲ ਤੁਸੀਂ ਰੂਟੀਨ 'ਚ ਦੇਖਦੇ ਹੋ, ਬੱਸ ਸਟੈਂਡ ਬੋਲਦੇ ਅਸੀਂ। ਬੱਸ ਇੱਕ ਅਲੱਗ ਚੀਜ਼ ਹੈ, ਸਟੈਂਡ ਇੱਕ ਅਲੱਗ ਚੀਜ਼ ਹੈ, ਠੀਕ ਹੈ ਜੀ। ਬੱਸ ਕੀ ਹੈ? ਇੱਕ ਵਹੀਕਲ ਹੈ। ਸਟੈਂਡ ਕੋਈ ਵੀ ਹੋ ਸਕਦਾ, ਛੋਟਾ ਸਟੈਂਡ ਵੀ ਹੋ ਸਕਦਾ, ਵੱਡਾ ਸਟੈਂਡ ਵੀ ਹੋ ਸਕਦਾ, ਕਿਸੇ ਤਰ੍ਹਾਂ ਦਾ ਸਟੈਂਡ, ਏਸੀ ਦਾ ਸਟੈਂਡ, ਕੂਲਰ ਦਾ ਸਟੈਂਡ, ਅਲਮੀਰਾ ਦਾ ਸਟੈਂਡ, ਵਾਸ਼ਿੰਗ ਮਸ਼ੀਨ ਦਾ ਸਟੈਂਡ। ਬਟ ਇੱਥੇ ਅਸੀਂ ਦੋਨੋਂ ਵਰਡਸ ਨੂੰ ਕੰਬਾਈਨ ਕਰਕੇ ਇੱਕ ਵਰਡ ਬਣਾਤਾ, ਉਸ ਨੂੰ ਅਗੇਨ ਅਸੀਂ ਕੀ ਕਹਿੰਦੇ ਹਾਂ? ਬੱਸ ਸਟੈਂਡ ਕਹਿੰਦੇ ਹਾਂ, ਠੀਕ ਹੈ। ਸੋ ਇਹ 3 ਕੈਟੇਗਰੀਜ਼ ਨੇ ਜਿਹੜੀਆਂ ਪਿਛਲੀਆਂ ਸਿੰਪਲ ਜਾਂ ਪੰਜਾਬੀ ਵਾਲੀ ਕੈਟੇਗਰੀਜ਼ ਤੋਂ ਥੋੜ੍ਹੀਆਂ ਜਿਹੀਆਂ ਅਲੱਗ ਨੇ, ਬਟ ਤੁਹਾਨੂੰ ਅਗਰ ਉਹ ਸਮਝ ਆ ਗਈਆਂ ਨੇ ਤਾਂ ਇਹਨਾਂ 'ਚ ਸਮਝਣ 'ਚ ਵੀ ਕੋਈ ਦਿੱਕਤ ਨਹੀਂ ਹੋਊਗੀ। ਅਨਕਾਊਂਟੇਬਲ ਨਾउन, ਟੂ ਪਾਰਟ ਨਾउन ਐਂਡ ਕੰਪਾਊਂਡ ਨਾउन। ਇੱਥੇ ਇੱਕ ਮੈਂ ਜਾਂਦਾ ਇੱਕ ਛੋਟੀ ਜਿਹੀ ਚੀਜ਼ ਦੱਸ ਦਿਆਂ ਕਿ ਕੁਝ ਅਨਕਾਊਂਟੇਬਲ ਨਾउन ਇਦਾਂ ਦੇ ਨੇ ਜਿਨ੍ਹਾਂ ਨੂੰ ਅਸੀਂ ਕਾਊਂਟੇਬਲ 'ਚ ਕਨਵਰਟ ਕਰ ਸਕਦੇ ਹਾਂ। ਜੀ ਹਾਂਜੀ, ਕੁਝ ਅਨਕਾਊਂਟੇਬਲ ਜਿਨ੍ਹਾਂ ਨੂੰ ਗਿਣ ਨਹੀਂ ਸਕਦੇ, ਉਹਨਾਂ ਨੂੰ ਤੁਸੀਂ ਗਿਣਨ ਵਾਲੀ ਕੈਟੇਗਰੀ 'ਚ ਕਨਵਰਟ ਕਰ ਸਕਦੇ ਹੋ। ਕਿੱਦਾਂ? ਕਾਫੀ ਹੈ, ਕਾਫੀ ਨੂੰ ਅਸੀਂ ਕਦੇ ਨਹੀਂ ਗਿਣ ਸਕਦੇ। ਸਪੋਜ਼ ਤੁਹਾਡੇ 'ਚ ਇੱਕ ਕੱਪ 'ਚ ਕਾਫੀ ਹੈ ਤਾਂ ਤੁਸੀਂ ਕੱਪ ਦੇ ਅੰਦਰ ਕਿੰਨੀ ਕਾਫੀਆਂ ਇਹ ਇਦਾਂ ਦਾ ਕੁਝ ਯੂਜ਼ ਕਰਦੇ, ਤਾਂ ਅਸੀਂ ਇਹਨੂੰ ਕਾਊਂਟੇਬਲ 'ਚ ਕਿੱਦਾਂ ਕਨਵਰਟ ਕਰਾਂਗੇ? ਆਪਾਂ ਕਹਿ ਸਕਦੇ ਹਾਂ 2 ਕੱਪਸ ਆਫ ਕਾਫੀ, ਠੀਕ ਹੈ ਜੀ, 2 ਕੱਪਸ ਆਫ ਕਾਫੀ। ਹੁਣ ਇਹਦੇ 'ਚ ਅਸੀਂ ਕਾਫੀ ਨਹੀਂ ਕਾਊਂਟ ਕਰ ਰਹੇ, ਅਸੀਂ ਕੀ ਕਾਊਂਟ ਕਰ ਰਹੇ ਹਾਂ? 2 ਕੱਪਸ ਆਫ ਕਾਫੀ। ਮਤਲਬ ਅਸੀਂ ਅਨਕਾਊਂਟੇਬਲ ਨਾउन ਨੂੰ ਕਾਊਂਟੇਬਲ 'ਚ ਕਨਵਰਟ ਕਰ ਰਹੇ ਹਾਂ, ਠੀਕ ਹੈ ਜੀ। ਮਿਲਕ, ਮਿਲਕ ਨੂੰ ਹੁਣ ਮਿਲਕਸ ਅਸੀਂ ਕਦੇ ਨਹੀਂ ਕਹਿੰਦੇ, ਅਸੀਂ ਕਹਿ ਸਕਦੇ ਹਾਂ a glass of milk, a jug of milk, ਠੀਕ ਹੈ। ਤਾਂ ਇਹ ਵੀ ਹੁਣ ਕੀ ਹੈ? ਇੱਕ ਤਰ੍ਹਾਂ ਦਾ ਅਨਕਾਊਂਟੇਬਲ ਨੂੰ ਅਸੀਂ ਕਾਊਂਟੇਬਲ 'ਚ ਕਨਵਰਟ ਕਰ ਲਿਆ। ਐਡਵਾਈਸ, ਸਲਾਹ, ਠੀਕ ਹੈ ਜੀ, ਇਹ ਵੀ ਇੱਕ ਨਾ ਗਿਣਨ ਯੋਗ ਚੀਜ਼ ਹੈ, ਬਟ ਇਹਨੂੰ ਵੀ ਅਸੀਂ ਕਨਵਰਟ ਕਰ ਸਕਦੇ ਹਾਂ ਗਿਣਨ ਵਾਲੀ ਕੈਟੇਗਰੀ 'ਚ। ਕਿਵੇਂ? a piece of advice, ਠੀਕ ਹੈ ਜੀ। ਲਗੇਜ, ਸਮਾਨ ਹਮੇਸ਼ਾ ਕਾਫੀ ਸਾਰਾ ਹੁੰਦਾ, ਜਦੋਂ ਵੀ ਅਸੀਂ ਸਮਾਨ ਕਹਿੰਦੇ ਤਾਂ ਇਹਦਾ ਮਤਲਬ ਕਈ ਚੀਜ਼ਾਂ ਦੀ ਅਸੀਂ ਗੱਲ ਕਰ ਰਹੇ ਹਾਂ, ਠੀਕ ਹੈ। ਤਾਂ ਇਹਨੂੰ ਵੀ ਅਨਕਾਊਂਟੇਬਲ ਦੀ ਕੈਟੇਗਰੀ 'ਚ ਰੱਖਿਆ ਹੋਇਆ ਹੈ, ਬਟ ਕਿਵੇਂ ਕਾਊਂਟੇਬਲ ਦੀ ਕੈਟੇਗਰੀ 'ਚ ਕਨਵਰਟ ਕਰ ਸਕਦੇ ਹਾਂ? ਡਿਫਰੈਂਟ ਆਈਟਮਸ ਆਫ ਲਗੇਜ, ਠੀਕ ਹੈ ਜੀ। ਤਾਂ ਇਹ ਛੋਟੀ ਟ੍ਰਿਕਸ ਨੇ ਜਿਹੜੀਆਂ ਅਸੀਂ ਯੂਜ਼ ਕਰ ਸਕਦੇ ਹਾਂ ਕਾਊਂਟੇਬਲ ਤੇ ਅਨਕਾਊਂਟੇਬਲ 'ਚ ਇੱਕ ਰਿਲੇਸ਼ਨ ਐਸਟੈਬਲਿਸ਼ ਕਰਨ ਲਈ। ਮੈਂ ਉਮੀਦ ਕਰਦਾ ਕਿ ਨਾउन ਦਾ ਕਨਸੈਪਟ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਕਲੀਅਰ ਹੋਊਗਾ, ਤੇ ਇਸ ਤੋਂ ਬਾਅਦ ਦੀ ਵੀਡੀਓ 'ਚ ਅਸੀਂ ਡਿਸਕਸ ਕਰਾਂਗੇ ਨਾउन ਨੂੰ ਕਿਵੇਂ ਯੂਜ਼ ਕਰਦੇ ਹਾਂ। ਮੈਂ ਫਿਰ ਦੱਸ ਦਿਆਂ ਤੁਹਾਨੂੰ ਕਿ ਇਸ ਤੋਂ ਪਹਿਲਾਂ ਦੀ ਵੀਡੀਓ 'ਚ ਅਸੀਂ ਸਿੱਖਿਆ ਸੀ ਕਿ ਜਿਵੇਂ ਅਸੀਂ ਕਹਿਣਾ ਸਿੱਖਿਆ ਸੀ ਆਈ ਐਮ ਅ ਟੀਚਰ, ਤਾਂ ਇੱਥੇ ਟੀਚਰ ਕੀ ਹੈ? ਇੱਕ ਨਾउन ਹੈ। ਸੋ ਆਉਣ ਵਾਲੇ ਹੋਰ ਥੋੜੇ ਦਿਨਾਂ 'ਚ ਸਾਨੂੰ ਇਹ ਪਤਾ ਚੱਲੂਗਾ ਕਿ ਨਾउन ਨੂੰ ਕਿਵੇਂ ਇੱਕ ਸੈਂਟੈਂਸ ਦੇ ਅੰਦਰ ਯੂਜ਼ ਕਰਦੇ ਹਾਂ, ਠੀਕ ਹੈ ਜੀ। ਸੋ ਇਸ ਵੀਡੀਓ 'ਚ ਮੈਂ ਤੁਹਾਨੂੰ ਪੰਜਾਬੀ ਤੇ ਇੰਗਲਿਸ਼ 'ਚ ਨਾउन ਤੇ ਨਾਮ ਦਾ ਕਿਵੇਂ ਰਿਲੇਸ਼ਨ ਹੈ, ਤੇ ਉਸ ਤੋਂ ਇਲਾਵਾ ਕਿਹੜੀਆਂ 3 ਕੈਟੇਗਰੀਜ਼ ਨੇ ਜਿਹੜੀਆਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਇਸ ਸਭ ਬਾਰੇ ਜਾਣਕਾਰੀ ਦਿੱਤੀ। ਮੈਂ ਉਮੀਦ ਕਰਦਾ ਅੱਜ ਦੀ ਇਸ ਵੀਡੀਓ ਤੋਂ ਬਾਅਦ ਤੁਹਾਨੂੰ ਨਾउन ਦਾ ਜਿਹੜਾ ਇੰਗਲਿਸ਼ ਗ੍ਰਾਮਰ ਦਾ ਬਹੁਤ ਬੇਸਿਕ ਕਨਸੈਪਟ ਹੈ ਚੰਗੀ ਤਰ੍ਹਾਂ ਕਲੀਅਰ ਹੋ ਜਾਊਗਾ, ਤੇ ਤੁਸੀਂ ਇਸ ਵੀਡੀਓ ਨੂੰ ਹੋਰ ਵੀ ਸ਼ੇਅਰ ਕਰੋਗੇ ਆਪਣੇ ਉਹਨਾਂ ਦੋਸਤਾਂ ਨਾਲ ਜਿਨ੍ਹਾਂ ਨੂੰ ਇੰਗਲਿਸ਼ ਸਿੱਖਣ ਦੇ ਅੰਦਰ ਪ੍ਰੋਬਲਮ ਆ ਰਹੀ ਹੈ। ਕੈਨੇਡੀਅਨ ਇਮੀਗ੍ਰੇਸ਼ਨ ਐਂਡ ਆਇਲਸ ਸੈਂਟਰ ਪਟਿਆਲਾ ਤੋਂ ਮੈਂ ਵਿਕਰਮ ਤੁਹਾਡਾ ਧੰਨਵਾਦ ਕਰਦਾ। ਪਲੀਜ਼ ਸ਼ੇਅਰ ਦਿਸ ਵੀਡੀਓ ਐਂਡ ਸਬਸਕ੍ਰਾਈਬ ਦਿਸ ਚੈਨਲ। ਥੈਂਕ ਯੂ ਫॉर ਵਾਚਿੰਗ।